ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਦਰਸ਼ਨ ਇਸ਼ਨਾਨ ਕਰ ਰਹੇ ਹੋ, ਅਕਾਲ ਪੁਰਖ ਦੇ 10 ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੱਕ ਅਤੇ ਗੁਰੂ ਮਹਾਰਾਜ ਦੇ ਸ਼ਬਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਸ਼ਰਨ ਵਿੱਚ ਆ ਕਰਕੇ ਆਪ ਸਰਬੱਤ ਸੰਗਤਾਂ ਆਪਣੇ ਜੀਵਨ ਨੂੰ ਸਫਲਿਆਂ ਕਰਦੇ ਹੋ। ਗੁਰੂ ਮਹਾਰਾਜ ਜੋ ਨਿਤਾ ਪ੍ਰਤੀ ਲੋਕਾਈ ਦੇ ਭਲੇ ਹਿੱਤ ਸ਼੍ਰੀ ਹਰਿਮੰਦਰ ਸਾਹਿਬ ਤੋਂ ਪਾਵਨ ਫੁਰਮਾਨ ਪ੍ਰਗਟ ਕਰਦੇ ਨੇ, ਆਓ ਉਸ ਅਗੰਮੀ ਫੁਰਮਾਨ ਦੀ ਵਿਚਾਰ ਗੁਰੂ ਅਰਜਨ ਪ੍ਰਤੱਖ ਹਰ ਤਿੰਨਾਂ ਦੇ ਪਾਵਨ ਅਸਥਾਨ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਰਵਣ ਕਰਨਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਘਰ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਤੀਸਰੇ ਗੁਰੂ ਨਾਨਕ ਆਪਣੀ ਅਗੰਮੀ ਬਾਣੀ ਦੇ ਰਾਹੀਂ ਇਹ ਮਨੁੱਖਤਾ ਦੇ ਭਲੇ ਹਿੱਤ ਫੁਰਮਾਨ ਕਰਦੇ ਨੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 558 ਅੰਗ ਉੱਪਰ ਦਰਜ ਹੈ। ਇਹ ਪਾਵਨ ਬਾਣੀ ਵਡਹੰਸ ਰਾਗ ਵਿੱਚ ਉਚਾਰੀ ਗਈ ਹੈ। ਰਾਗੀ ਸਿੰਘਾਂ ਲਈ ਪਹਿਲੇ ਘਰ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ। ਗੁਰਬਾਣੀ ਦੇ ਆਗਾਜ਼ ਤੋਂ ਪਹਿਲਾਂ ਆਪਣੇ ਇਸ਼ਟ ਅਕਾਲ ਪੁਰਖ ਦਾ ਮੰਗਲ ਗੁਰੂ ਅਮਰਦਾਸ ਪਾਤਸ਼ਾਹ ਕਰਦੇ ਨੇ। ਇੱਕ ਓੰਕਾਰ, ਉਹ ਪਰਮੇਸ਼ਵਰ ਇੱਕ ਹੈ, ਪੈਦਾਇਸ਼ ਪਰਵਰਿਸ਼ ਲੈਤਾ ਕਰਨ ਵਾਲਾ ਹੈ। ਸਤਿਗੁਰ ਉਹ ਸਤ ਸਰੂਪ ਹੈ, ਸਦੀਵੀ ਹੈ, ਅਗਿਆਨ ਨੂੰ ਖਹਿ ਕਰਦਾ ਹੈ, ਗਿਆਨ ਬਖਸ਼ਦਾ ਹੈ। ਪ੍ਰਸਾਦ ਉਹਦਾ ਸੁਭਾਅ ਬੜਾ ਦਇਆਲੂ ਹੈ, ਹਰ ਇੱਕ ਤੇ ਕਿਰਪਾ ਕਰਨ ਵਾਲਾ ਹੈ। ਦੂਸਰਾ ਭਾਵ ਹੈ ਇੱਕ ਅਕਾਲ ਪੁਰਖ ਸਤਿਗੁਰ ਪ੍ਰਸਾਦ ਗੁਰੂ ਨਾਨਕ ਸਾਹਿਬ ਦਸੋਂ ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਮਨ ਮੈਲੈ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਗੁਰੂ ਅਮਰਦਾਸ ਪਾਤਸ਼ਾਹ ਇੱਥੇ ਹੁਕਮ ਕਰਦੇ ਨੇ, ਕਹਿੰਦੇ ਮਨ ਅੰਦਰ ਅੰਤਸ਼ਕਰਨ ਅੰਦਰ ਮਲੀਨਤਾ ਭਰੀ ਹੈ, ਮੈਲੇ ਫੁਰਨਿਆਂ ਦੇ ਨਾਲ ਸ਼ਰਸਾਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਲੱਗੀ ਹੋਈ ਹੈ। ਮਨ ਸੂਖਸ਼ਮ ਹੈ, ਇਹ ਮੈਲ ਵੀ ਸੂਖਸ਼ਮ ਮੈਂ ਨਜ਼ਰੀ ਨਹੀਂ ਆਉਂਦੀ।
ਦੂਸਰਾ ਪੱਖ ਇਹ ਤਨ ਹੈ ਜੋ ਸਥੂਲ ਹੈ, ਜੋ ਅੱਖਾਂ ਦਾ ਵਿਸ਼ਾ ਹੈ। ਇਹਨੂੰ ਜੋ ਮੈਲ ਲੱਗਦੀ ਹੈ ਉਹ ਸਥੂਲ ਹੁੰਦੀ ਹੈ। ਮਹਾਰਾਜ ਕਹਿੰਦੇ ਤੀਰਥਾਂ ਦੇ ਉੱਤੇ ਤਨ ਦਾ ਇਸ਼ਨਾਨ ਕਰਵਾ ਕੇ ਜੇ ਸਮਝੋ ਵੀ ਮਨ ਦੀ ਮੈਲ ਲਹਿ ਗਈ ਤਾਂ ਕਹਿੰਦੇ ਇਹ ਠੀਕ ਨਹੀਂ ਹੈ। ਹਸ਼ਾ ਦਾ ਭਾਵ ਹੈ ਸਵੱਛ, ਨਿਰਮਲ। ਤੀਰਥਾਂ ਤੇ ਚੁੱਭੀ ਲਾਇਆ ਮਨ ਸਵੱਛ ਨਹੀਂ ਹੋਵੇਗਾ, ਇਹ ਮੈਲ ਨਾਮ ਨਾਲ ਹੀ ਉਤਰਦੀ ਹੈ। ਤੁਸੀਂ ਰੋਜ਼ ਪੜ੍ਹਦੇ ਹੋ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਿਵੇਂ ਸਰੀਰ ਮਲੀਨ ਹੋਵੇ, ਜਲ ਦੇ ਨਾਲ ਧੋ ਲੈਂਦੇ ਆ, ਮੈਲ ਲਹਿ ਜਾਂਦੀ ਹੈ। ਇਉਂ ਮਨ ਦੀ ਜਿਹੜੀ ਮੈਲ ਹੈ ਵਿਸ਼ਿਆਂ ਵਿਕਾਰਾਂ ਦੀ, ਉਹ ਨਾਮ ਰੂਪੀ ਜਲ ਦੇ ਨਾਲ ਹੀ ਲਹਿੰਦੀ ਹੈ। ਹੁਣ ਤੁਸੀਂ ਆਖੋਗੇ ਫਿਰ ਹਰਿਮੰਦਰ ਸਾਹਿਬ ਵੀ ਸਰੋਵਰ ਹੈ, ਕੀ ਇਹ ਕੇਵਲ ਤਨ ਦੀ ਮੈਲ ਹੀ ਲਾਉਂਦਾ ਹੈ ਜਾਂ ਮਨ ਤੇ ਵੀ ਕੋਈ ਅਸਰ ਹੈ? ਦੇਖੋ ਤੀਰਥ ਹੈ ਕੀ ਹੈ? 8-60 ਤੀਰਥ ਜਹ ਸਾਧ ਪਗ ਤਰਹਿ। ਜਿੱਥੇ ਸਾਧੂ ਮਹਾਤਮਾ ਅਕਾਲ ਪੁਰਖ ਦਾ ਨਾਮ ਜਪਦੇ ਨੇ ਉਹ ਜਗ੍ਹਾ ਤੀਰਥ ਬਣ ਜਾਂਦੀ ਹੈ। ਤੀਰਥਾਂ ਤੇ ਇਸ਼ਨਾਨ ਲੋਕ ਕਰਨ ਜਾਂਦੇ ਨੇ ਪਾਪ ਲੈ ਜਾਣ, ਪਰ ਤੀਰਥਾਂ ਤੇ ਜਾ ਕੇ ਨਾਮ ਨਹੀਂ ਜਪਦੇ। ਸੋ ਜੇ ਅਸੀਂ ਨਾਮ ਨਹੀਂ ਜਪਾਂਗੇ ਤੇ ਤੀਰਥ ਤੇ ਜਾਣ ਦਾ ਕੋਈ ਫਾਇਦਾ ਨਹੀਂ ਹੈ। ਜਿਸ ਮਹਾਤਮਾ ਕਰਕੇ ਤੀਰਥ ਪ੍ਰਗਟ ਹੈ ਉਹ ਇਬਾਦਤ ਕਰਦਾ ਰਿਹਾ, ਚੌਂਕੜਾ ਲਾ ਕੇ ਬੈਠਾ ਰਿਹਾ, ਫਿਰ ਹੀ ਉਹ ਅਗੰਮੀ ਬੁਲੰਦ ਹਸਤੀ ਤੇ ਪਹੁੰਚਿਆ, ਮਹਾਂਪੁਰਸ਼ ਬਣਿਆ। ਉਹ ਜਗ੍ਹਾ ਪਾਕ ਤੇ ਪਵਿੱਤਰ ਹੋਈ ਜਿੱਥੇ ਉਹਨੇ ਚੌਂਕੜਾ ਲਾਇਆ ਹੈ। ਹੁਣ ਜੇ ਅਸੀਂ ਹਰਿਮੰਦਰ ਸਾਹਿਬ ਵੀ ਸਰੋਵਰ ਵਿੱਚ ਇਸ਼ਨਾਨ ਕਰਦੇ ਹਾਂ, ਇੱਥੇ ਆ ਕੇ ਕਿਸੇ ਦਾ ਤੌਲੀਆ ਚੁੱਕ ਲਿਆ, ਕਿਸੇ ਦਾ ਕਛਹਿਰਾ ਚੁੱਕ ਲਿਆ, ਕਿਸੇ ਦਾ ਜੋੜਾ ਚੱਕ ਕੇ ਦੌੜ ਗਿਆ ਵੀ ਆਪਣਾ ਪੁਰਾਣਾ ਹੈ ਤੇ ਨਵਾਂ ਚੁੱਕ ਲਓ। ਨਾ ਤਨ ਦਾ ਇਸ਼ਨਾਨ ਕਰਵਾਇਆ ਹੀ ਸਫਲਾ, ਨਾ ਮਨ ਦਾ ਇਸ਼ਨਾਨ ਬਾਣੀ ਨਾਲ ਕਰਵਾਇਆ ਹੀ ਸਫਲਾ। ਗੁਰੂ ਘਰ ਜਦੋਂ ਆਉਂਦੇ ਹੋ ਜੇ ਤੇ ਭਾਵਨਾ ਸਹਿਤ ਗੁਰੂ ਰਾਮਦਾਸ ਅਕਾਲ ਪੁਰਖ ਨੂੰ ਚਿਤਵਦੇ ਹੋਏ ਤਨ ਦਾ ਇਸ਼ਨਾਨ ਸਰੋਵਰ ਵਿੱਚ ਕਰਵਾਓਗੇ ਤੇ ਤਨ ਨਵਾਂ ਨਰੂਆ, ਰੋਗ ਮਿਟਣਗੇ। ਮਨ ਦਾ ਇਸ਼ਨਾਨ ਬਾਣੀ ਨਾਲ ਕਰਵਾਓਗੇ ਤੇ ਸੋਗ ਮਿਟਣਗੇ, ਡਿਪਰੈਸ਼ਨ, ਚਿੰਤਾਵਾਂ ਮਿਟ ਜਾਣਗੀਆਂ। ਗੁਰ ਪ੍ਰਸਾਦੀ ਮੁਖ ਉਜਲਾ, ਜਪ ਨਾਮ ਦਾਨ ਇਸ਼ਨਾਨ। ਗੁਰੂ ਦੀ ਕਿਰਪਾ ਦੇ ਸਦਕਾ ਨਾਮ ਜਪਣ ਵਾਲਿਆਂ ਲਈ ਤੀਰਥਾਂ ਤੇ ਜਾਣਾ ਸਫਲਾ ਹੁੰਦਾ ਹੈ, ਗੁਰਧਾਮਾਂ ਤੇ ਜਾਣਾ ਸਫਲਾ ਹੁੰਦਾ ਹੈ। ਸੋ ਬਾਣੀ ਵਿੱਚ ਤੀਰਥਾਂ ਦਾ ਖੰਡਨ ਨਹੀਂ ਹੈ, ਭਾਵਨਾ ਦਾ ਖੰਡਨ ਹੈ। ਗੁਰਬਾਣੀ ਕਿਸੇ ਧਰਮ ਦੇ ਵਿਰੋਧ ਵਿੱਚ ਨਹੀਂ। ਤੁਸੀਂ ਤੀਰਥਾਂ ਦਾ ਖੰਡਨ ਕਰੋ, ਸਨਾਤਨ ਮਤ ਵਾਲੇ ਫਿਰ ਆਪਣੇ ਗੁਰਧਾਮਾਂ ਦਾ ਖੰਡਨ ਕਰਨਗੇ। ਆਪਾਂ ਮਸਜਿਦਾਂ ਦਾ ਖੰਡਨ ਕਰਾਂਗੇ, ਅਗਲੇ ਗੁਰਦੁਆਰਿਆਂ ਦਾ ਖੰਡਨ ਕਰਨਗੇ ਇਸਲਾਮ ਮਤ ਵਾਲੇ। ਧਰਮ ਖੰਡਨ ਨਹੀਂ ਕਰਦਾ। ਤੁਸੀਂ ਆਖੋਗੇ ਫਿਰ ਇੰਨਾ ਕੁਝ ਲਿਖਿਆ ਹੈ ਜੀ, ਤੀਰਥਾਂ ਤੇ ਇਸ਼ਨਾਨ ਕੀਤਾ ਕਾਰੇ ਨਾ ਆਇਆ। ਭਾਵ ਇਹ ਹੈ ਵੀ ਤੀਰਥਾਂ ਤੇ ਗਏ, ਪਰਮਾਤਮਾ ਦੇ ਗੀਤ ਨਹੀਂ ਗਾਏ, ਕੇਵਲ ਚੁੱਭੀ ਲਾਈ ਹੈ, ਤੋ ਉਹ ਚੁੱਭੀ ਲਾਈ ਸਫਲੀ ਨਾ ਹੋਈ। ਜੇ ਗੁਰਧਾਮਾਂ ਤੇ ਜਾ ਕੇ, ਤੀਰਥਾਂ ਤੇ ਜਾ ਕੇ ਰੱਬ ਨੂੰ ਧਿਆਉਂਦੇ ਹੋ ਤੇ ਸਮਾਂ ਜੀਵਨ ਸਫਲਾ ਹੋ ਜਾਂਦਾ ਹੈ। ਹਿੰਦੂ ਵੀਰਾਂ ਨੂੰ ਤੀਰਥ ਮੁਬਾਰਕ ਨੇ, ਸਾਨੂੰ ਸਿੱਖਾਂ ਨੂੰ ਗੁਰਧਾਮ ਮੁਬਾਰਕ ਨੇ, ਪਰ ਸਫਲਤਾ ਦਰਸ਼ਨ ਦਿਦਾਰਿਆਂ ਦੀ ਉਸ ਨੂੰ ਮਿਲੇਗੀ ਜਿਹੜਾ ਆਪਣੇ ਧਰਮ ਦੇ ਸਿਧਾਂਤ ਤੇ ਚੱਲੇਗਾ, ਅਕਾਲ ਪੁਰਖ ਦੇ ਗੀਤ ਗਾਵੇਗਾ, ਉਹਦਾ ਨਾਮ ਦਾਨ ਇਸ਼ਨਾਨ ਸਫਲਾ ਹੋ ਜਾਂਦਾ ਹੈ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਤਨ ਨੂੰ ਧੋ ਲੈਣਾ, ਮਨ ਵਿੱਚ ਮਲੀਨ ਖਿਆਲ ਪ੍ਰਗਟ ਰੱਖਣੇ,
ਨਾਮ ਦੇ ਨਾਲ ਮਨ ਦਾ ਇਸ਼ਨਾਨ ਨਾ ਕਰਵਾਉਣਾ, ਇਉਂ ਜੀਵਨ ਸਫਲਾ ਨਹੀਂ ਹੁੰਦਾ। ਇਹੋ ਜਗਤ ਭਰਮ ਭੁਲਾਇਆ, ਵਿਰਲਾ ਬੂਝੈ ਕੋਏ। ਪਰ ਇਹ ਜਿਹੜਾ ਸੰਸਾਰ ਹੈ, ਜੋ ਸੰਸਰਣ ਕਰਦਾ ਹੈ, ਵੱਧਦਾ ਘਟਦਾ ਹੈ, ਇਹ ਜੋ ਜਗਤ ਹੈ, ਇਹ ਭਰਮ ਵਿੱਚ ਹੈ, ਭੁਲੇਖੇ ਵਿੱਚ ਹੈ। ਤੋ ਭੁਲੇਖਾ ਕੀ ਹੈ? ਇਹ ਸਮਝਦੇ ਨੇ ਸ਼ਾਇਦ ਤੀਰਥ ਤੇ ਚੁੱਭੀ ਲਾਇਆ, ਬਿਨਾਂ ਰੱਬ ਦੇ ਗੀਤ ਗਾਇਆ ਹੀ ਮਨ ਦੀ ਮੈਲ ਉਤਰ ਜਾਵੇਗੀ। ਨਹੀਂ ਉਤਰਦੀ। ਸੋ ਐਸੇ ਵਹਿਮ ਦੇ ਵਿੱਚ, ਭਰਮ ਦੇ ਵਿੱਚ ਲੋਕਾਈ ਤੁਰੀ ਫਿਰਦੀ ਹੈ। ਵਿਰਲੇ ਹੀ ਐਸੇ ਲੋਕ ਨੇ ਜਿਨ੍ਹਾਂ ਤੇ ਗੁਰੂ ਪਰਮੇਸ਼ਰ ਦੀ ਕਿਰਪਾ ਹੋਈ, ਸ਼ਬਦ ਦਾ ਅਭਿਆਸ ਕੀਤਾ, ਜਿਨ੍ਹਾਂ ਨੂੰ ਬੂਝ ਹਾਸਲ ਹੋਈ, ਗਿਆਨ ਹਾਸਲ ਹੋਇਆ ਵੀ ਤਨ ਦਾ ਇਸ਼ਨਾਨ ਫਿਰ ਹੀ ਸਫਲਾ ਹੈ ਜੇ ਮਨ ਦੀ ਸਵੱਛਤਾ ਵੀ ਨਾਲ ਨਾਮ ਦੇ ਇਸ਼ਨਾਨ ਨਾਲ ਕਰਵਾਈ ਜਾਏ। ਗੁਰ ਤੇ ਬੂਝੈ ਸੀਜੈ ਸੋਏ। ਜਿਨ੍ਹਾਂ ਗੁਰੂ ਕੋਲੋਂ ਬੁੱਝ ਕੇ ਨਾਮ ਪ੍ਰਾਪਤ ਕਰਕੇ ਨਾਮਣੇ ਨਾਲ ਇਸ਼ਨਾਨ ਕੀਤਾ, ਰੱਬ ਦੇ ਗੀਤ ਗਾਏ, ਮਹਾਰਾਜ ਕਹਿੰਦੇ ਨੇ ਸੀਜੈ ਸੋਏ। ਉਹੀ ਸੀਜੈ ਭਾਵ ਮੁਕਤ ਹੋਏ, ਉਹਨਾਂ ਦੀ ਕਲਿਆਣ ਹੋਈ, ਲਿਬਰੇਸ਼ਨ ਉਹਨਾਂ ਨੂੰ ਪ੍ਰਾਪਤ ਹੋਈ ਹੈ। ਸੋ ਗੁਰੂ ਦੀ ਕਿਰਪਾ ਹੋਵੇ ਤੇ ਸਮਝ ਪੈਂਦੀ ਹੈ, ਨਹੀਂ ਤੇ ਅਸੀਂ ਚੁੱਭੀਆਂ ਲਾਉਣ ਤੱਕ ਹੀ ਸੀਮਿਤ ਹੋ ਜਾਂਦੇ ਹਾਂ। ਜਪ ਮਨ ਮੇਰੇ ਤੂੰ ਏਕੋ ਨਾਮ। ਸੋ ਐ ਮੇਰੇ ਮਨ, ਤਨ ਦੀ ਸਵੱਛਤਾ ਜੇ ਜਲ ਨਾਲ ਕਰਦਾ ਹੈ ਤੇ ਮਨ ਨੂੰ ਸਵੱਛ ਕਰਨ ਦੇ ਲਈ ਪਰਮਾਤਮਾ ਦਾ ਨਾਮ ਜਪਿਆ ਕਰ। ਇੱਥੇ ਜਪ ਲਫ਼ਜ਼ ਹੈ, ਸਿਮਰਨ ਲਫ਼ਜ਼ ਨਹੀਂ ਹੈ। ਜੇ ਸਿਮਰਨ ਹੁੰਦਾ ਫਿਰ ਮਨ ਦਾ ਵਿਸ਼ਾ ਹੈ, ਚੇਤੇ ਰੱਖਣਾ। ਜਪਣਾ ਜ਼ੁਬਾਨ ਦਾ ਵਿਸ਼ਾ ਹੈ। ਕਈ ਕਹਿੰਦੇ ਜਪਣ ਨਾਲ ਕੁਝ ਨਹੀਂ ਹੁੰਦਾ, ਅਖੇ ਜੀ ਤੋਤਾ ਰਟਨ ਹੈ। ਬਾਣੀ ਕਹਿੰਦੀ ਜਪਿਆਂ ਵੀ ਮੁਕਤੀ ਮਿਲੇਗੀ, ਜੇ ਸਿਮਰੇਗਾ ਫਿਰ ਵੀ ਨਿਜਾਤ ਮਿਲੇਗੀ। ਭਾਈ ਸਾਹਿਬ ਭਾਈ ਨੰਦ ਲਾਲ ਇਹ ਫਾਰਸੀ ਵਿੱਚ ਇੱਕ ਗਜ਼ਲ ਕਹਿੰਦੇ ਨੇ, ਉਹਨਾਂ ਦੇ ਬੋਲ ਨੇ ਕਦਮ ਆ ਬਹਿ ਕੇ ਕਿ ਉਹ ਰਾਹੇ ਖੁਦਾ ਪੈਮੂਦ ਹੈ ਮੇ ਬਾਸ਼ਦ, ਜ਼ਾਬਾਨੇ ਬਹਿ ਕੇ ਉਹ ਜ਼ਿਕਰੇ ਖੁਦਾ ਆਸੂਦਹ ਮੇ ਬਾਸ਼ਦ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਆਏ ਜਗਿਆਸੂ, ਸਮਾਂ ਉਹੀ ਸਫਲਾ ਜੋ ਧਰਮ ਦੇ ਸਿਧਾਂਤ ਦੇ ਰਸਤੇ ਤੇ ਚੱਲ ਕੇ ਬਿਤਾਇਆ ਜਾਵੇ। ਕਦਮ ਉਹੀ ਸਫਲਾ ਜੋ ਧਰਮ ਦੇ ਰਸਤੇ ਤੇ ਪੁੱਟਿਆ ਜਾਵੇ। ਜੀਵ ਉਹ ਸਫਲੀ, ਜੀਵਨ ਉਹ ਸਫਲਾ ਜਿਹਦੇ ਨਾਲ ਨਾਮ ਜਪਿਆ ਜਾਵੇ, ਪਰਮਾਤਮਾ ਦੇ ਗੀਤ ਗਾਏ ਜਾਣ। ਹਰ ਜਪ ਲਾਹਾ ਅਗਲਾ, ਨਿਰਭਉ ਹਰ ਮਨ ਮਾਹਾ। ਜਿਨ੍ਹਾਂ ਨਾਮ ਜਪਿਆ ਅਗਾਹਾਂ ਉਹਨਾਂ ਨੂੰ ਲਾਹਾ ਹੀ ਹੈ, ਆਨੰਦ ਹੀ ਆਨੰਦ ਹੈ, ਫਾਇਦਾ ਹੀ ਫਾਇਦਾ। ਅਗਾਂਹ ਕਦੋਂ ਤੋਂ? ਇੱਥੇ ਕੱਲੀ ਅਗਲੇ ਜਨਮ ਦੀ ਗੱਲ ਨਹੀਂ ਹੈ, ਬਸ ਹੁਣ ਨਾਮ ਜਪ ਲੈ, ਹੁਣ ਤੋਂ ਬਾਅਦਾਂ ਮਹਾਰਾਜ ਕਹਿੰਦੇ ਕਿਰਪਾ ਹੁਣ ਲੱਗ ਪਵੇਗੀ। ਜੇ ਪਹਿਲਾਂ ਦੁਖੀ ਦੁੱਖ ਨੇ, ਨਾਮ ਜਪਣਾ ਸ਼ੁਰੂ ਕਰ ਦਿੱਤਾ ਤੇ ਲਾਹਾ ਮਿਲੇਗਾ, ਸੁਖ ਮਿਲੇਗਾ। ਸੋ ਪਾਤਸ਼ਾਹ ਕਹਿੰਦੇ ਮਨਾ ਨਾਮ ਜਪਿਆ ਕਰ। ਸਤਿਗੁਰ ਦੀਆ ਮੋਕਉ ਇਹੋ ਨਿਦਾਨ। ਇਹ ਮਹਾਰਾਜ ਨਾਮ ਪ੍ਰਾਪਤ ਕਿੱਥੋਂ ਹੁੰਦਾ ਹੈ? ਕਹਿੰਦੇ ਸੱਚੇ ਸਤਿਗੁਰੂ, ਸਤਿਆ ਗੁਰੂ ਜੋ ਸਦੀਵੀ ਨੇ। ਗੁਰੂ ਨਾਨਕ ਸਾਹਿਬ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ। ਨਿਰਗੁਣ ਤੌਰ ਤੇ ਹਰ ਜ਼ਰੇ ਵਿੱਚ ਸਤ ਨੇ, ਹਰ ਯੁੱਗ ਵਿੱਚ ਸਤ ਨੇ। ਕਲਯੁਗ ਅੰਦਰ ਉਹਨਾਂ ਦਾ ਅਵਤਾਰ ਨਾਨਕ ਨਾਮ ਨਾਲ ਹੋਇਆ। 10 ਜਾਮੇ ਗੁਰੂ ਗੋਬਿੰਦ ਸਿੰਘ ਤਾਈਂ ਉਹਨਾਂ ਨੇ ਬਦਲੇ ਨੇ। ਅੱਜ ਕੱਲ ਸ਼ਬਦਾ ਅਵਤਾਰ ਗੁਰੂ ਗ੍ਰੰਥ ਸਾਹਿਬ ਵੀ ਉਹੀ ਨੇ, ਨਿਰਗੁਣ ਜੋਤ ਵੀ ਉਹੀ ਨੇ। ਸੱਚੇ ਸਤਿਗੁਰੂ ਨੇ ਨਿਧਾਨ ਨਾਮ ਦਾ ਖਜ਼ਾਨਾ ਬਖਸ਼ਣਾ ਹੈ। ਜਿਹੜਾ ਗੁਰਾਂ ਅੱਗੇ ਝੋਲੀ ਅੱਡੇਗਾ ਉਹਨਾਂ ਨੂੰ ਇਹ ਖਜ਼ਾਨਾ ਪ੍ਰਾਪਤ ਹੋਵੇਗਾ। ਨਿਧਾਨ ਦਾ ਮਤਲਬ ਆਸਰਾ ਵੀ ਹੁੰਦਾ ਹੈ। ਸੱਚੇ ਗੁਰਾਂ ਦਾ ਆਸਰਾ ਲੈ ਕੇ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ।
ਜਿਸ ਹੋਏ ਦਇਆਲ ਤਿਸ ਆਪ ਮਿਲਾਵੈ, ਸਰਬ ਨਿਧਾਨ ਗੁਰੂ ਤੇ ਪਾਵੈ। ਜਿਹਦੇ ਤੇ ਅਕਾਲ ਪੁਰਖ ਦੀ ਕਿਰਪਾ ਹੋਵੇ ਉਹਨੂੰ ਹੀ ਪੂਰਨ ਗੁਰੂ ਮਿਲ ਕੇ ਨਾਮ ਦਾ ਖਜ਼ਾਨਾ ਬਖਸ਼ਦੇ ਨੇ। ਆਪ ਤਿਆਗ ਮਿਟੈ ਆਵਣ ਜਾਣਾ, ਸਾਧ ਕੈ ਸੰਗ ਪਾਰ ਬ੍ਰਹਮ ਪਛਾਣਾ। ਫਿਰ ਜਦੋਂ ਨਾਮ ਜਪਿਆ ਪਰਮੇਸ਼ਵਰ ਦੀ ਪ੍ਰਾਪਤੀ ਹੋਈ, ਆਵਾਗਮਨ ਮਿਟ ਗਿਆ, ਸਦਾ ਸੁਖ ਮਿਲਦਾ ਹੈ। ਰਹਾਉ ਸਿੱਧਾਂ ਕੇ ਆਸਣ ਜੇ ਸਿਖੈ, ਇੰਦਰੀ ਵਸ ਕਰ ਕਮਾਏ। ਇੱਥੇ ਲਫ਼ਜ਼ ਵਰਤਿਆ ਹੈ ਸਿੱਧਾ। ਸਿੱਧਾਂ ਦੇ ਲਈ ਇਹ ਲਫ਼ਜ਼ ਹੈ। ਸਿੱਧ ਦੇ ਕਈ ਅਰਥ ਨੇ। ਸਿੱਧ ਦਾ ਮਤਲਬ ਹੈ ਮਨੁੱਖੇ ਜਾਮੇ ਦੀ, ਜੋ ਪਰਮਾਤਮਾ ਦੀ ਪ੍ਰਾਪਤੀ ਦੀ ਸਿੱਧੀ ਹੈ, ਉਹ ਹਾਸਲ ਕਰ ਲੈਣੀ, ਪਰਮਾਤਮਾ ਨੂੰ ਸਿੱਧ ਕਰ ਲੈਣਾ, ਪਾ ਲੈਣਾ। ਸਿੱਧ ਦਾ ਮਤਲਬ ਰਿੱਧੀਆਂ ਸਿੱਧੀਆਂ ਬਾਬਤ ਵੀ ਹੈ, ਅਜ਼ਮਤਾਂ ਬਾਬਤ ਵੀ ਹੈ, ਕਰਾਮਾਤਾਂ ਬਾਬਤ ਵੀ ਹੈ। ਸੋ ਜਿਹੜੇ ਅਜ਼ਮਤੀ ਹੋ ਨਿਬੜੇ, ਕਰਾਮਾਤੀ ਹੋ ਨਿਬੜੇ, ਐਸੇ ਜੋਗੀ ਜਨ, ਸਿੱਧ ਜਨ, ਅਗਰ ਮਹਾਰਾਜ ਕਹਿੰਦੇ ਆਪਾਂ ਇਹ ਸਮਝੀਏ ਵੀ ਆਸਣ ਲਾਈਏ ਸਿੱਧਾਂ ਵਾਲੇ, ਚੌਂਕੜੇ ਲਾਈਏ ਸਿੱਧਾਂ ਵਾਲੇ, ਯੋਗ ਦਾ ਤੀਸਰਾ ਅੰਗ ਹੈ ਇਹ ਆਸਣ ਲਫ਼ਜ਼ ਜੋ ਵਰਤਦੇ ਆਪਾਂ। ਬੜੇ ਪ੍ਰਚਲਿਤ ਆਸਣ ਨੇ 84 ਦੇ ਕਰੀਬ, ਔਰ ਉਹਨਾਂ ਵਿੱਚੋਂ ਕੁਝ ਮੁੱਖ ਨੇ, ਜਿਵੇਂ ਇੱਕ ਸਿੱਧ ਆਸਣ ਹੈ, ਇੱਕ ਪਦਮ ਆਸਣ ਹੈ, ਸਿੰਘਾਸਣ ਹੈ, ਭਦਰਾਸਣ ਹੈ। ਇਹ ਵੱਖੋ ਵੱਖ ਆਸਣ ਨੇ। ਸੋ ਮਹਾਰਾਜ ਕਹਿੰਦੇ ਜੇ ਤੁਸੀਂ ਸਮਝੋ ਵੀ ਆਸਣ ਲਾਇਆ ਇੰਦਰੀ ਵਸ ਆ ਜਾਂਦੀ ਹੈ, ਇਹ ਅੱਖ, ਨੱਕ, ਕੰਨ, ਇਹ ਸਰੀਰ, ਇਹ ਮਨ ਕਾਬੂ ਵਿੱਚ ਆ ਜਾਂਦਾ ਹੈ, ਤਾਂ ਮਹਾਰਾਜ ਕਹਿੰਦੇ ਨਹੀਂ, ਆਸਣ ਲਾਇਆ ਰਿੱਧੀਆਂ ਸਿੱਧੀਆਂ ਮਿਲ ਗਈਆਂ, ਕਰਾਮਾਤ ਮਿਲ ਗਈ, ਇਹ ਤੇ ਹੋ ਸਕਦਾ ਹੈ। ਪਰ ਜੇ ਆਖੋ ਵੀ ਆਸਣ ਲਾਇਆ ਮਨ ਕਾਬੂ ਆ ਗਿਆ, ਮਹਾਰਾਜ ਕਹਿੰਦੇ ਇਹ ਇਉਂ ਕਾਬੂ ਨਹੀਂ ਆਉਂਦਾ। ਐਸਾ ਕਰਮ ਕਮਾ ਕੇ ਹੱਥ ਵਿੱਚ ਨਹੀਂ ਆਉਂਦਾ। ਐਸੀ ਮੁਸ਼ੱਕਤ ਘਾਲ ਕੇ ਵੀ ਮਨ ਆਪਣੇ ਤਹਿਤ ਨਹੀਂ ਚੱਲਦਾ। ਮਨ ਕੀ ਮੈਲ ਨਾ ਉਤਰੈ, ਹਉ ਮੈਂ ਮੈਲ ਨਾ ਜਾਏ। ਮਹਾਰਾਜ ਆਖਣ ਲੱਗੇ ਠੀਕ ਹੈ, ਚੌਂਕੜੇ ਲਾ ਲਏ, ਇੰਦਰੀਆਂ ਨੂੰ ਕੁਝ ਸਮੇਂ ਲਈ ਵਸ ਕਰ ਲਿਆ, ਆਸਣ ਲਾ ਲਏ, ਪਰ ਇਹ ਮੁਸ਼ੱਕਤ ਘਾਲਣ ਦੇ ਨਾਲ ਮਨ ਦੀ ਮੈਲ ਨਾ ਲੱਥੀ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਮੈਲ ਨਾ ਲੱਥੀ। ਮੈਲੇ ਫੁਰਨੇ ਆਉਣੇ ਬੰਦ ਨਹੀਂ ਹੋਏ। ਹਉਮੈ ਤੋਂ ਭਾਵ ਹੈ ਅਹੰ, ਮੈਂ, ਮੇਰਾ, ਇਹ ਰੂਹਾਨੀ ਜੋ ਅਗਿਆਨ ਹੈ, ਕਹਿੰਦੇ ਇਹ ਖਤਮ ਨਾ ਹੋਇਆ, ਹੰਕਾਰ ਨਾ ਮਿਟਿਆ। ਤੋ ਜਿੱਥੇ ਹੰਕਾਰ ਹੈ ਉਥੇ ਰੱਬ ਨਹੀਂ ਟਿਕਦਾ। ਹਰ ਜੀਓ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ ਮਨ, ਮੇਰੇ ਹਉਮੈ ਮੈਲ ਭਰ ਨਾਲ। ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰ। ਐ ਮੇਰੇ ਮਨ ਮੈਲ ਨਾਲ ਭਰਿਆ ਏ, ਲੋਕਾਈ ਮੈਲ ਨਾਲ ਭਰੀ ਹੋਈ ਹੈ। ਪਰਮਾਤਮਾ ਬੜਾ ਨਿਰਮਲ ਹੈ, ਮੈਲਿਆਂ ਨੂੰ ਨਹੀਂ ਮਿਲੇਗਾ। ਜਿਨ੍ਹਾਂ ਦੇ ਮਨ ਨਿਰਮਲ ਹੋ ਗਏ, ਕਿਵੇਂ? ਗੁਰਾਂ ਨੇ ਸ਼ਬਦ ਨਾਲ ਸਵਾਰ ਦਿੱਤੇ, ਨਿਰਮਲ ਕਰ ਦਿੱਤੇ, ਮੈਲ ਲਾ ਦਿੱਤੀ, ਉਹਨਾਂ ਨੂੰ ਹੀ ਪਰਮੇਸ਼ਵਰ ਮਿਲਦਾ ਹੈ। ਉਹੀ ਨਿਜਾਤ ਹਾਸਲ ਕਰਦੇ ਨੇ। ਨਾਮ ਰੂਪੀ ਕੁੰਡੇ ਨਾਲ ਹੀ ਮਨ ਦਾ ਹਾਥੀ ਕਾਬੂ ਆਉਂਦਾ ਹੈ। ਆਸਣ ਲਾ ਕੇ ਮਨ ਕਾਬੂ ਨਹੀਂ ਆਉਂਦਾ। ਇਸ ਮਨ ਕੋ ਹੋਰ ਸੰਜਮ ਕੋ ਨਾਹੀ, ਵਿਣ ਸਤਿਗੁਰ ਕੀ ਸਰਣਾਏ। ਜਿਤਨੇ ਚਾਹੇ ਸੰਜਮ ਕਰ। ਸੰਜਮ ਦਾ ਮਤਲਬ ਹੈ ਚੰਗੀ ਤਰ੍ਹਾਂ ਬੰਨ੍ਹ ਲੈਣਾ। ਜਿੰਨਾ ਚਾਹੇ ਮਨ ਨੂੰ ਬੰਨਣ ਦੀ ਕੋਸ਼ਿਸ਼ ਕਰ। ਮਨ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਣ ਦੀ ਕੋਸ਼ਿਸ਼ ਕਰ। ਨਿਤ ਕਰਮ ਕਰ, ਚੌਂਕੜੇ ਲਾ, ਆਸਣ ਲਾ, ਮੰਤਰਾਂ ਦਾ ਜਾਪ ਕਰ। ਮਹਾਰਾਜ ਕਹਿੰਦੇ ਇਹ ਕਾਬੂ ਨਹੀਂ ਆਉਂਦਾ। ਸਤਿਗੁਰ ਮਿਲਿਆ ਸੱਚ ਸੰਜਮ ਸੂਚਾ।
ਗੁਰ ਕੀ ਪੌੜੀ ਊਚੋ ਊਚਾ। ਪੂਰੇ ਗੁਰੂ ਦੀ ਕਿਰਪਾ ਨਾਲ ਹੀ ਮਨ ਕਾਬੂ ਆਉਂਦਾ ਹੈ, ਜਿੱਤਿਆ ਜਾ ਸਕਦਾ ਹੈ। ਜਿੰਨਾ ਫਿਰ ਮਨ ਜਿੱਤਿਆ, ਉੱਚੇ ਹੋ ਗਏ। ਉੱਚਾ ਕੌਣ ਹੈ? ਪਰਮੇਸ਼ਵਰ, ਪਰਮਾਤਮਾ ਵਿੱਚ ਭੇਦ ਹੋ ਗਏ। ਜਿਨ੍ਹਾਂ ਦਾ ਮਨ ਨਿਰਮਲ ਹੋਇਆ ਉਹ ਪਰਮਾਤਮਾ ਨਾਲ ਇਕਮਿਕ ਹੋ ਗਏ। ਸਤਿਗੁਰ ਮਿਲਿਆ ਉਲਟੀ ਪਾਈ, ਕਹਿਣਾ ਕਿਛੂ ਨਾ ਜਾਏ। ਦੇਖੋ, ਸਾਡੀ ਬੁੱਧੀ, ਸਾਡਾ ਮਨ, ਸਾਡੇ ਇੰਦਰੇ ਸੰਸਾਰ ਵਿੱਚ ਡੁੱਬੇ ਹੋਏ ਨੇ। ਨਿਰੰਕਾਰ ਵੱਲ ਨੂੰ ਅਸੀਂ ਪਿੱਠ ਕੀਤੀ ਹੋਈ ਹੈ। ਜਦੋਂ ਗੁਰੂ ਦੀ ਸ਼ਰਨ ਗਏ, ਉਲਟੀ ਭਈ। ਸੰਸਾਰ ਨਾਲੋਂ ਉਲਟ ਕੇ ਨਿਰੰਕਾਰ ਨਾਲ ਅਸੀਂ ਜੁੜ ਗਏ। ਸਾਡੀ ਬੁੱਧੀ ਵਿਰੁੱਧ ਹੋ ਗਈ, ਸੰਸਾਰ ਦੇ ਵਿਕਾਰਾਂ ਦੇ ਵਿਪਰੀਤ ਹੋ ਗਈ। ਨਿਰੰਕਾਰ ਦੀ ਯਾਦ ਵਿੱਚ ਅਸੀਂ ਜੁੜ ਗਏ। ਇਹ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ। ਪਸ਼ੂਆ ਕਰਮ ਕਰੈ ਨਹੀਂ ਬੂਝੈ, ਕੂੜ ਕਮਾਵੈ ਕੂੜੋ ਹੋਏ। ਸਤਿਗੁਰ ਮਿਲੈ ਤਾਂ ਉਲਟੀ ਹੋਵੈ, ਖੋਜ ਲਹੈ ਜਨ ਕੋਏ। ਜਿੰਨਾ ਚਿਰ ਸੰਸਾਰ ਵੱਲ ਗਲਤਾਨ ਹਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਡੁੱਬੇ ਹਾਂ, ਪਸ਼ੂਆਂ ਵਾਲੀ ਬਿਰਤੀ ਇਹ ਹੈ। ਤੋ ਜਦੋਂ ਗੁਰੂ ਦੀ ਸ਼ਰਨ ਗਏ, ਨਿਰੰਕਾਰ ਨਾਲ ਜੁੜ ਗਏ, ਮਹਾਰਾਜ ਕਹਿੰਦੇ ਨੇ ਫਿਰ ਸਾਡਾ ਇਹ ਜੀਵਨ ਸਫਲਾ ਹੈ। ਹਰ ਹਰ ਨਾਮ ਹਿਰਦੈ ਸਦ ਵਸਿਆ, ਪਾਇਆ ਗੁਣੀ ਨਿਧਾਨ। ਗੁਰ ਪ੍ਰਸਾਦੀ ਪੂਰਾ ਪਾਇਆ ਚੂਕਾ। ਮਨ ਅਭਿਮਾਨ, ਗੁਰੂ ਦੀ ਕਿਰਪਾ ਨਾਲ ਅਭਿਮਾਨ ਮਿਟ ਗਿਆ। ਮੈਂ ਮੇਰੀ ਮਿਟ ਗਏ, ਮੁਕਤੀ ਮਿਲਦੀ ਹੈ। ਭਣਤ ਨਾਨਕ ਸਤਿਗੁਰ ਕਉ ਮਿਲ ਦੋ ਮਰੈ, ਗੁਰ ਕੈ ਸ਼ਬਦ ਫਿਰ ਜੀਵੈ ਕੋਇ। ਭਣਤ ਦਾ ਭਾਵ ਹੈ ਭਣਨਾ, ਗਲੂਏ ਚੋਂ ਬੋਲ ਪ੍ਰਗਟ ਕਰਨੇ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰੋਂ ਗੁਰੂ ਨਾਨਕ ਦੀ ਅਗੰਮੀ ਜੋਤ ਬੋਲ ਰਹੀ ਹੈ। ਅਕਾਲ ਪੁਰਖ ਬੋਲ ਰਹੇ ਨੇ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਖਸਮ ਬੋਲ ਰਿਹਾ ਹੈ। ਮਹਾਰਾਜ ਆਖਣ ਲੱਗੇ, ਜਿੰਨਾ ਚਿਰ ਸਤਿਗੁਰਾਂ ਨੂੰ ਨਹੀਂ ਮਿਲਦੇ, ਉਹਨਾਂ ਚਿਰ ਸੰਸਾਰ ਦੀ ਪਕੜ ਬੁੱਧੀ ਨਹੀਂ ਛੱਡੇਗੀ। ਜਦੋਂ ਗੁਰਾਂ ਦੀ ਸ਼ਰਨ ਚਲੇ ਗਏ, ਮਿਲਦੋ ਮਰੈ, ਮਨ ਸੰਸਾਰ ਵੱਲੋਂ ਮੋਹ ਨੂੰ ਮਾਰ ਲੈਂਦਾ ਹੈ। ਨਿਰੰਕਾਰ ਨਾਲ ਮੋਹ ਪੈਦਾ ਹੋ ਜਾਂਦਾ ਹੈ। ਵਿਕਾਰ ਅਸੀਂ ਮਾਰ ਲਏ। ਇੱਥੇ ਮਨ ਮਾਰਨ ਦਾ ਮਤਲਬ ਹੈ ਮਨ ਨੂੰ ਕਾਬੂ ਕਰਨਾ, ਵਿਕਾਰਾਂ ਦਾ ਖਾਤਮਾ ਕਰਨਾ। ਵੈਸੇ ਮਨ ਮਰਦਾ ਨਹੀਂ ਹੈ, ਸਰੀਰ ਮਰਦਾ ਹੈ। ਮਨ ਸਰੀਰ ਬਦਲ ਲੈਂਦਾ ਹੈ। ਕਈ ਜਨਮ ਭਏ ਕੀਟ ਪਤੰਗਾ, 184 ਜੋਨ ਪਰਮਾਇਆ। ਇੱਥੇ ਮਨ ਨੂੰ ਵਸੀਕਾਰ ਕਰਨ ਦੀ ਬਾਤ ਪਾਈ ਹੈ ਵੀ ਮਨ ਮਾਰ ਲਿਆ। ਮਾਰਿਆ ਕਿਵੇਂ ਹੈ? ਗੁਰੂ ਦੀ ਸ਼ਰਨ ਗਏ, ਸ਼ਬਦ ਦੀ ਕਮਾਈ ਕੀਤੀ। ਜਦੋਂ ਸ਼ਬਦ ਦੀ ਕਮਾਈ ਕੀਤੀ, ਮਨ ਕਾਬੂ ਵਿੱਚ ਆ ਗਿਆ। ਉਸ ਦਿਨ ਤੋਂ ਬਾਅਦ ਫਿਰ ਜਿਹੜਾ ਸਾਡਾ ਜਿਉਣਾ ਸੀ, ਉਹ ਅਸੀਂ ਧਰਮ ਦੇ ਲੇਖੇ ਲਾ ਦਿੱਤਾ। ਸਾਨੂੰ ਅਧਿਆਤਮਕ ਦੁਨੀਆ ਦੇ ਵਿੱਚ ਜਿਉਣਾ ਆ ਗਿਆ। ਅਗਿਆਨ ਮਿਟ ਗਿਆ, ਗਿਆਨ ਦੇ ਵਿੱਚ ਜਿਉਣਾ ਗੁਰੂ ਨੇ ਸਿਖਾਇਆ ਹੈ। ਮਮਤਾ ਕੀ ਮਲ ਉਤਰੈ, ਇਹੋ ਮਨ ਹਸ਼ਾ ਹੋਏ। ਜਿਹੜਾ ਮਨ ਵਿਕਾਰਾਂ ਵਿੱਚ ਗਲਤਾਨ ਸੀ, ਆਪਣਤ ਛੱਡ ਦਿੱਤੀ ਸੰਸਾਰ ਤੋਂ ਉਸਨੇ। ਮਮਤਾ ਦੀ ਮੈਲ ਮਿਟ ਗਈ ਉਸ ਦੀ। ਮੈਂ, ਮੇਰਾਪਨ, ਅਹੰਕਾਰ, ਜਾਤ ਵਰਣ, ਪੈਸੇ ਦਾ, ਤਖਤੋ ਤਾਜ ਦਾ, ਗਿਆਨ ਦਾ। ਸੋ ਮਹਾਰਾਜ ਕਹਿੰਦੇ ਨੇ, ਗੁਰੂ ਦੀ ਸ਼ਰਨ ਜਾਇਆ, ਸ਼ਬਦ ਦੇ ਅਭਿਆਸ ਨਾਲ ਮਮਤਾ ਦੀ ਮੈਲ ਉਤਰੀ ਤੇ ਮਨ ਹਸ਼ਾ ਹੋ ਗਿਆ। ਹਸ਼ਾ ਦਾ ਭਾਵ ਹੈ ਸਵੱਛ, ਨਿਰਮਲ ਹੋ ਗਿਆ। ਮਨ ਦਾ ਭਾਂਡਾ ਸਾਫ਼ ਹੋ ਗਿਆ। ਤੇ ਜਿੱਥੇ ਮੈਂ ਨਾ ਹੋਵੇ, ਉੱਥੇ ਤੂੰ, ਤੇਰਾ ਪਰਮ ਈਸ਼ਵਰ ਆਣ ਟਿਕਦਾ ਹੈ। ਮਨ ਦੇ ਭਾਂਡੇ ਵਿੱਚ ਉੱਥੇ ਹੀ ਉਹ ਟਿਕੇਗਾ ਜਿੱਥੇ ਹੰਕਾਰ ਨਹੀਂ ਹੈ। ਇਹ ਜਿਹੜਾ ਹਸ਼ਾ ਲਫ਼ਜ਼ ਹੈ ਨਾ, ਇਹ ਚੰਬੇ ਦੇ ਇਲਾਕੇ, ਪਹਾੜੀ ਇਲਾਕੇ ਦੀ ਬੋਲੀ ਹੈ। ਉੱਥੇ ਉੱਜਲ ਨੂੰ ਹਸ਼ਾ ਕਹਿੰਦੇ ਨੇ, ਚਿੱਟੇ ਨੂੰ। ਸੋ ਮਨ ਚਿੱਟਾ ਹੋ ਗਿਆ,
ਉਜਲ ਹੋ ਗਿਆ, ਵਿਕਾਰਾਂ ਦੀ ਮੈਲ ਲੱਥ ਗਈ। ਭਾਂਡਾ ਆਤਮਲੀਨ ਧੋਤਾ ਹਛਾ ਨਾ ਹੋਏ ਸੀ, ਗੁਰੂ ਦੁਆਰੈ ਹੋਏ ਸੋਝੀ ਪਾਏ ਸੀ। ਏਤ ਦੁਆਰੈ ਧੋਏ ਹਛਾ ਹੋਏ ਸੀ। ਗੁਰੂ ਦੀ ਸ਼ਰਨ ਜਾਇਆ ਹੀ ਮਨ ਸਵੱਛ ਹੁੰਦਾ ਏ। ਜਦੋਂ ਨਿਰਮਲ ਹੋ ਗਏ ਤੇ ਫਿਰ ਪ੍ਰਮਾਤਮਾ ਨਿਰਮਲ ਹੈ, ਅਸੀਂ ਉਹਦੇ ਵਿੱਚ ਮਿਲ ਗਏ, ਇੱਕਮਿਕ ਹੋ ਗਏ। ਪਾਣੀ ਵਿੱਚ ਪਾਣੀ ਹੀ ਮਿਲਦਾ ਹੈ, ਤੇਲ ਨਹੀਂ ਮਿਲਦਾ ਹੁੰਦਾ। ਪ੍ਰਮਾਤਮਾ ਨਿਰਮਲ ਹੈ। ਸਵੱਛ ਹੋਵਾਂਗੇ ਤੇ ਉਹਦੇ ਵਿੱਚ ਭੇਦ ਹੋਵਾਂਗੇ, ਉਹਦੇ ਵਰਗੇ ਜਦੋਂ ਹੋ ਗਏ ਉਹਦਾ ਰੂਪ ਹੋ ਗਏ। ਜਿੰਨਾ ਚਿਰ ਨਿਰਮਲ ਨਹੀਂ ਹੁੰਦੇ ਨਿਜਾਤ ਨਹੀਂ ਮਿਲਦੀ। ਇੱਥੇ ਦਾਸ ਸ਼੍ਰੀ ਮੁਖਵਾਕ ਦੀ ਵਿਚਾਰ ਨੂੰ ਸੰਕੋਚਦਾ ਹੈ। ਅੱਜ ਲੋਕਾਈ ਅੰਦਰ ਸਰਹੰਦ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ। ਮਈ ਦਾ ਮਹੀਨਾ 1710 ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਜੇ ਨਵਾਜੇ ਖਾਲਸੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਥਾਪੇ ਹੋਏ ਸਿੱਖ ਜਗਤ ਦੇ ਪਹਿਲੇ ਬੇਤਾਜ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਖਾਲਸਾ ਪੰਥ ਨੂੰ ਨਾਲ ਲੈ ਕੇ ਸਰਹੰਦ ਨੂੰ ਫਤਿਹ ਕੀਤਾ। ਵਜ਼ੀਰ ਖਾਂ ਪਾਪੀ ਜੋ ਮੁਗਲਿਆ ਸਲਤਨਤ ਵੱਲੋਂ ਜ਼ੁਲਮੋ ਸਿਤਮ ਢਾਉਂਦਾ ਸੀ, ਉਹਦਾ ਖੁਰਾ ਖੋਜ ਮਿਟਾਇਆ। ਦੇਖੋ, ਗੁਰੂ ਨਾਨਕ ਸਾਹਿਬ ਪ੍ਰਗਟ ਹੋਏ, ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ, ਸਤਿਗੁਰ ਦਾਤਾ ਮੁਕਤ ਕਰਾਏ। ਅਕਾਲ ਪੁਰਖ ਦੇ 10 ਸਰਗੁਣ ਸਰੂਪ ਸੱਚ ਨੂੰ ਬੁਲੰਦ ਕਰਨ ਲਈ ਦੁਨੀਆ ਤੇ ਆਏ। ਝੂਠ ਦਾ ਨਾਸ਼ ਕਰਨਾ ਹੈ, ਜ਼ੁਲਮੋ ਸਿਤਮ ਦਾ ਸਫਾਇਆ ਕਰਨਾ ਹੈ। ਔਰੰਗਜ਼ੇਬ ਮੁਗਲਿਆ ਸਲਤਨਤ ਦੇ ਤਖਤ ਤੇ ਬੈਠਾ ਹੈ, ਮੁਗਲ ਡਾਇਨੈਸਟੀ ਦਾ ਮਾਲਕ ਹੈ, ਜ਼ੁਲਮ ਢਾਉਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰੀ, ਪਿਤਾ ਗੁਰੂ ਤੇਗ ਬਹਾਦਰ ਨੂੰ ਇਸਨੇ ਸ਼ਹੀਦ ਕਰਵਾ ਦਿੱਤਾ। ਭਾਰਤ ਵਰਸ਼ ਤੇ ਇਨਸਾਨੀਅਤ ਤੇ ਸਨਾਤਨ ਮਤ ਤੇ ਲੋਕਾਈ ਤੇ ਹੁੰਦੇ ਜ਼ੁਲਮਾਂ ਨੂੰ ਠੱਲ ਪਾਉਣ ਲਈ ਕੁਰਬਾਨੀ ਕਰਨੀ ਪਈ ਗੁਰੂ ਪਰਿਵਾਰ ਨੂੰ। ਔਰ ਫਿਰ ਗੁਰੂ ਪਰਿਵਾਰ ਵੱਲੋਂ ਜੋ ਕੁਰਬਾਨੀਆਂ ਦਾ ਦੌਰ ਚਲਾਇਆ ਗਿਆ, ਉਸ ਕੁਰਬਾਨੀਆਂ ਦੇ ਦੌਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਹੀ ਸਰਬੌਰ ਸ਼ਹੀਦਾਂ ਵਿੱਚ ਆਉਂਦਾ ਹੈ। ਐਸਾ ਗੁਰਮੁਖ ਪਿਆਰਾ ਹੋਇਆ ਹੈ ਜਿਨ੍ਹਾਂ ਦੀ ਭਾਵਨਾ ਹੈ, ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ, ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕ ਸਮਾਵੈ। ਗੁਰੂ ਲਈ ਸੀਸ ਭੇਟ ਕਰਨ ਵਾਲੇ ਹੀ ਅੰਕ ਸਮਾਉਂਦੇ ਨੇ, ਉਹਦੀ ਗੋਦ ਟਿਕਦੇ ਨੇ, ਨਜ਼ਾਤ ਪਾਉਂਦੇ ਨੇ। ਮਹਾਰਾਜ ਕਹਿੰਦੇ ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਣਕਾ ਤਵਾਉ ਹਮਾਰਾ ਪਾਸ। ਇੱਕ ਪਿੰਡ ਰਜੌੜੀ ਹੈ, ਰਿਆਸਤ ਪੁਣਛ ਹੈ ਕਸ਼ਮੀਰ ਦਾ ਇਲਾਕਾ। ਤੋ ਉੱਥੇ ਸ੍ਰੀ ਰਾਮਦੇਵ ਭਰਦਵਾਜ ਦੇ ਘਰ ਇੱਕ ਬਾਲੜੇ ਦਾ ਆਗਾਜ਼ ਹੋਇਆ। ਲਛਮਣ ਦਾਸ ਨਾਮ ਰੱਖਿਆ, ਬਾਅਦ ਵਿੱਚ ਇਹਦਾ ਨਾਮ ਹੀ ਮਾਧੋ ਦਾਸ ਪਿਆ। ਇਹੀ ਬੰਦਾ ਸਿੰਘ ਬਹਾਦਰ ਬਣਿਆ। ਕੱਤਕ ਸੁਦੀ 13 ਸੰਮਤ 1727 ਵਿੱਚ ਇਹਦਾ ਆਗਾਜ਼ ਹੋਇਆ। ਖੈਰ ਦੇਖੋ, ਪਿਤਾ ਰਾਮਦੇਵ ਨੇ ਸ਼ਸਤਰ ਵਿਦਿਆ ਸਿਖਾਈ। ਇੱਕ ਦਿਨ ਸ਼ਿਕਾਰ ਨੂੰ ਚੜਿਆ ਲਛਮਣ ਦਾਸ, ਹਿਰਨੀ ਦਾ ਸ਼ਿਕਾਰ ਖੇਡਿਆ, ਸਰੀਰ ਚਾਕ ਕਰਨ ਲੱਗਾ। 2 ਬੱਚੇ ਵਿੱਚੋਂ ਨਿਕਲੇ, ਤੜਪ ਤੜਪ ਕੇ ਮਰ ਗਏ। ਨਰਮ ਦਿਲ ਸੀ, ਮਨ ਕੰਬ ਉੱਠਿਆ, ਜੀਵ ਹੱਤਿਆ ਛੱਡ ਦਿੱਤੀ, ਪਰਿਵਾਰ ਦਾ ਤਿਆਗ ਕਰ ਦਿੱਤਾ। ਇਹ ਭਾਵਨਾ ਟਿਕ ਗਈ, ਜੀਆ ਕੋਹਤ ਨਾ ਸੰਗੈ ਪ੍ਰਾਣੀ। ਘਰ-ਬਾਰ ਛੱਡ ਕੇ ਸਾਧੂਆਂ ਸਤਪੁਰਸ਼ਾਂ ਨਾਲ ਰਹਿਣ ਲੱਗ ਪਿਆ। ਪਹਿਲਾ ਗੁਰੂ ਜਾਨਕੀ ਪ੍ਰਸਾਦ ਧਾਰਿਆ, ਦੂਸਰਾ ਗੁਰੂ ਸਾਧੂ ਰਾਮਦਾਸ ਧਾਰਿਆ, ਮਨ ਨਾ ਟਿਕਿਆ। ਤੀਸਰਾ ਗੁਰੂ ਜੋਗੀ ਔਗੜਨਾਥ ਧਾਰਿਆ। ਇਉਂ ਭਾਰਤ ਵਰਸ਼ ਦੇ ਵਿੱਚ ਵਿਚਰਦਾ ਰਿਹਾ। ਨਾਸਕ ਰਹਿੰਦੇ ਨੇ ਔਰ ਜੋਗੀ ਔਗੜਨਾਥ ਕੋਲੋਂ ਗੋਦਾਵਰੀ ਦੇ ਕੰਢੇ ਹੁਨਰ ਸਿੱਖ ਲਿਆ ਰਿੱਧੀਆਂ ਸਿੱਧੀਆਂ ਹਾਸਲ ਕਰਨ ਦਾ। ਜੋਗੀ ਦੀ ਮੌਤ ਹੋਈ, ਇਹ ਜਥੇ ਦਾ ਆਗੂ ਬਣ ਗਿਆ।
ਨਾਸਕ ਤੋਂ ਚੱਲ ਕੇ ਨੰਦੇੜ ਪਹੁੰਚਿਆ, ਜੰਗਲ ਵਿੱਚ ਡੇਰਾ ਬਣਾ ਲਿਆ, ਰਿੱਧੀਆਂ ਸਿੱਧੀਆਂ ਦੇ ਪ੍ਰਭਾਵ ਨਾਲ ਲੋਕਾਈ ਨੂੰ ਵਸ ਕਰਨ ਲੱਗ ਪਿਆ। ਹੁਣ ਉਥੇ ਵੱਡਾ ਮੱਠ ਬਣ ਗਿਆ। ਜਦੋਂ ਲੋਕ ਇਹਦੇ ਪੂਜਾ ਪ੍ਰਤਿਸ਼ਠਾ ਕਰਨ ਲੱਗ ਪਏ ਨਾ, ਉਧਰ ਮੁਗਲਿਆ ਸਲਤਨਤ ਦਾ ਮਾਲਕ ਔਰੰਗਜ਼ੇਬ ਮੋਇਆ। ਤਾਰਾ ਆਜ਼ਮ ਨੇ ਤਖਤ ਮੱਲ ਲਿਆ। ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਵਿੱਚ ਆਇਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਰਪਾ ਕੀਤੀ, ਮੈਦਾਨੇ ਜੰਗ ਵਿੱਚ ਬਹਾਦਰ ਸ਼ਾਹ ਦੀ ਮਦਦ ਕਰਕੇ ਤਾਰਾ ਆਜ਼ਮ ਦਾ ਖੁਰਾ ਖੋਜ ਮਿਟਾ ਕੇ ਭਾਰਤ ਵਰਸ਼ ਦਾ ਤਖਤ ਦਵਾ ਦਿੱਤਾ। ਬੇਨਤੀ ਕਰਕੇ ਸ਼ਾਹਜ਼ਾਦਾ ਮੁਅੱਜ਼ਮ ਗੁਰਾਂ ਨੂੰ ਦੱਖਣ ਵੱਲ ਲੈ ਤੁਰਿਆ। ਹੁਣ ਪਾਤਸ਼ਾਹ ਰਸਤੇ ਵਿੱਚ ਸੰਗਤਾਂ ਨੂੰ ਤਾਰਦੇ ਆ ਰਹੇ ਨੇ। 1708 ਈਸਵੀ ਦਾ ਸਮਾਂ। ਮਹਾਰਾਜ ਇੱਥੇ ਨੰਦੇੜ ਟਿਕ ਗਏ। ਬਹਾਦਰ ਸ਼ਾਹ ਅਗਾਂਹ ਚਲਿਆ ਗਿਆ। ਇੱਕ ਦਿਨ ਬਾਪੂ ਸ਼ਿਕਾਰ ਨੂੰ ਚੜਿਆ। ਇਸ ਗੱਲ ਦਾ ਧਿਆਨ ਰੱਖਿਓ, ਇੱਥੇ ਆਮ ਲੋਕ ਸ਼ਿਕਾਰ ਕਰਦੇ ਨੇ ਜ਼ੁਬਾਨ ਦੇ ਚਸਕੇ ਲਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਖਾਲਸਾ ਸ਼ਿਕਾਰ ਕਰਦਾ ਰਿਹਾ ਹੈ ਵੀਰ ਰਸ ਦੀ ਪ੍ਰਾਪਤੀ ਲਈ। ਜਿਹਨੇ ਲਹੂ ਦਾ ਰੰਗ ਨਾ ਵੇਖਿਆ ਹੋਵੇ, ਮੈਦਾਨੇ ਜੰਗ ਵਿੱਚ ਲਹੂ ਦੀ ਦਲਦਲ ਵਿੱਚ ਕਦਮ ਨਹੀਂ ਰੱਖ ਸਕਦਾ, ਉਹ ਸਿਰ ਨਹੀਂ ਕਿਸੇ ਦਾ ਲਾ ਸਕਦਾ। ਕਮਦਲੇ ਹੋ ਜਾਂਦੇ ਨੇ ਲੋਕ। ਤਾਂ ਖਾਲਸਾ ਸ਼ਿਕਾਰ ਖੇਡਦਾ ਰਿਹਾ। ਪਰ ਜਦੋਂ ਗੁਰੂ ਸ਼ਿਕਾਰ ਖੇਡਦੇ ਨੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੈ, ਮੁਕਤ ਦਾਤਾ ਸਤਿਗੁਰ ਜੁਗ ਮਾਹੇ। ਗੁਰੂ ਮੁਕਤੀ ਦਾ ਦਾਤਾ ਹੈ, ਪਸ਼ੂਆਂ ਪ੍ਰੇਤਾਂ ਨੂੰ ਵੀ ਨਿਜਾਤ ਦਿੰਦਾ ਹੈ। ਸ਼ਿਕਾਰ ਖੇਡਦੇ ਖੇਡਦੇ ਦੁਪਹਿਰ ਦਾ ਸਮਾਂ, ਇੱਕ ਡੇਰਾ ਤੱਕਿਆ। ਉਥੇ ਇੱਕ ਆਸਣ ਵਿਛਿਆ ਹੈ, ਮੱਠ ਵਿੱਚ ਆਸਣ ਤੇ ਟਿਕ ਗਏ। ਸਿੰਘ ਨਾਲ ਨੇ। ਇਹ ਮਾਧੋ ਦਾਸ ਦਾ ਡੇਰਾ ਸੀ। ਮਾਧੋ ਦਾਸ ਨੂੰ ਪਤਾ ਲੱਗਿਆ, ਤਿਲਮਿਲਾ ਉੱਠਿਆ, ਲੋਹਾ ਲਾਖਾ ਹੋਇਆ। ਆਪਣੀ ਅਜ਼ਮਤ ਨਾਲ ਪਲੰਘਾ ਉਲਟਾ ਕੇ ਗੁਰਾਂ ਦੀ ਨਿਰਾਦਰੀ ਕਰਨ ਲੱਗਾ। ਇਹਦੀ ਆਦਤ ਸੀ ਰਾਈਆਂ ਨੂੰ ਪਲੰਘੇ ਤੇ ਬਹਾ ਲੈਣਾ, ਦਰਸਾਉਣਾ ਇਹ ਵੀ ਸੇਵਾ ਕਰਨ ਲੱਗਾ ਹੈ। ਕੋਈ ਸਾਧੂ ਹੋਣਾ, ਕੋਈ ਆਮ ਇਨਸਾਨ ਹੋਣਾ, ਇਹਨੇ ਸਿੱਧੀ ਦੇ ਨਾਲ ਪਲੰਘਾ ਪਲਟਾ ਦੇਣਾ, ਨਿਰਾਦਰੀ ਕਰਕੇ ਤੋਰਨਾ। ਹੰਕਾਰ ਹੋ ਗਿਆ ਆਪਣੀ ਅਜ਼ਮਤ ਤੇ। ਜਿਹੜੇ ਕਹਿੰਦੇ ਨਾ ਕਰਾਮਾਤ ਨਹੀਂ ਹੁੰਦੀ, ਉਹ ਬਾਣੀ ਨੂੰ ਪੜ੍ਹਿਓ। ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾ ਆਓ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਓ। ਇੰਨੀ ਕਰਾਮਾਤ ਹੁੰਦੀ ਹੈ। ਮਹਾਰਾਜ ਕਹਿੰਦੇ ਗੁਪਤ ਪ੍ਰਗਟ ਹੋਣਾ ਵੀ ਉਹਦੇ ਹੱਥ ਵਿੱਚ ਹੁੰਦਾ ਹੈ। ਕਿਤੇ ਵਿਜ਼ੀਬਲ ਹੋ ਜਾਂਦਾ, ਕਿਤੇ ਇਨਵਿਜ਼ੀਬਲ ਹੋ ਜਾਂਦਾ। ਦੇ ਬਿਕਮ ਇਨਵਿਜ਼ੀਬਲ ਐਂਡ ਵਿਜ਼ੀਬਲ ਐਟ ਵਿਲ। ਜਦੋਂ ਚਾਹਣ ਗੁਪਤ ਹੋ ਜਾਣ, ਜਦੋਂ ਚਾਹਣ ਪ੍ਰਗਟ ਹੋ ਜਾਣ। ਦੇ ਗੋਟ ਆਲ ਦਾ ਮਿਰਾਕੂਲਸ ਸੁਪਰਨੈਚੁਰਲ ਪਾਵਰਸ। ਅਜ਼ਮਤਾਂ ਆ ਜਾਂਦੀਆਂ। ਬੜੇ ਬੜੇ ਇੰਗਲਿਸ਼ ਦੇ ਟੀਕਾਕਾਰ ਇਹੀ ਅਰਥ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜਗ੍ਹਾ ਜਗ੍ਹਾ ਕਹਿੰਦੇ ਨੇ, ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸ ਮਾਹੇ। ਨਾਮ ਜਪੋ, ਰਿੱਧੀਆਂ ਸਿੱਧੀਆਂ ਸਭ ਪ੍ਰਾਪਤ ਹੋ ਜਾਂਦੀਆਂ ਨੇ। ਖੈਰ, ਅੱਜ ਜ਼ੋਰ ਲਾਇਆ, ਅਜ਼ਮਤ ਵਿਖਾਈ। ਮਹਾਬਲੀ ਗੁਰੂ ਗੋਬਿੰਦ ਸਿੰਘ ਦਾ ਪਲੰਘਾ ਰੰਚਕ ਮਾਤਰ ਵੀ ਨਾ ਹਿੱਲਿਆ। ਹੁਣ ਮਾਧੋ ਦਾਸ ਨੂੰ ਮਹਿਸੂਸ ਹੋਇਆ, ਮੇਰੀ ਸਾਰੀ ਸ਼ਕਤੀ ਇਹਨਾਂ ਨੇ ਖਿੱਚ ਲਈ ਹੈ। ਖਾਲੀ ਭਾਂਡਾ ਰਹਿ ਗਿਆ ਹੈ, ਥੋਥਾ ਰਹਿ ਗਿਆ ਹੈ। ਜਦੋਂ ਸਮਝ ਪੈ ਗਈ ਵੀ ਇਹ ਅਜ਼ਮਤਾਂ ਦਾ ਸਾਗਰ ਹੈ, ਨਿਰਬਲ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਡਿੱਗਿਆ। ਇਹਨੂੰ ਬਾਣੀ ਕਹਿੰਦੀ ਹੈ, ਸਭ ਤੇ ਵੱਡ ਸਮਰੱਥ ਗੁਰਦੇਵ। ਮਾ ਗੁਰੂ ਇਜ਼ ਆਲ ਪਾਵਰਫੁਲ। ਗੁਰੂ ਦੇ ਤੁਲ ਕੋਈ ਨਹੀਂ ਹੈ ਦੁਨੀਆ ਤੇ। ਅਕਾਲ ਪੁਰਖ ਦਾ ਸਰੂਪ ਹੈ ਗੁਰੂ। ਚਰਨਾਂ ਵਿੱਚ ਡਿੱਗ ਕੇ ਸਿਰ ਨਿਵਾ ਕੇ ਆਖਣ ਲੱਗਾ, ਮਹਾਰਾਜ ਤੁਸੀਂ ਕੌਣ ਹੋ? ਤੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਮਾਧੋ ਦਾਸ ਚੌਂਕੜਾ ਲਾ ਕੇ ਜਿਸ ਨੂੰ ਯਾਦ ਕਰਦਾ ਹੈ। ਕਹਿੰਦਾ ਮਹਾਰਾਜ ਠੀਕ ਹੈ, ਮੈਂ ਸਰਗੁਣ ਸਰੂਪ ਬਾਬਤ ਪੁੱਛ ਰਿਹਾ ਹਾਂ, ਇਸ ਸਰੀਰ ਦਾ ਨਾਮਣਾ ਕੀ ਹੈ? ਮਹਾਰਾਜ ਕਹਿੰਦੇ ਥੋੜਾ ਅੰਤਰ ਧਿਆਨ ਹੋ ਤੇ ਬੁੱਝ ਲੈ। ਰਿੱਧੀਆਂ ਸਿੱਧੀਆਂ ਦਾ ਮਾਲਕ ਹੈ। ਰੂਪ ਰੇਖਾ ਵੇਖ ਕੇ ਗੁਰਾਂ ਦੀ, ਮੋਢੇ ਤੇ ਤਨੁੱਖ ਵੇਖਿਆ, ਪੱਥਾ ਤੀਰਾਂ ਨਾਲ ਭਰਿਆ ਤੱਕਿਆ। ਜਦੋਂ ਕਲਗੀ ਦੇਖੀ ਹੀਰਿਆਂ ਜੜਤ ਗਲੂਏ ਚੋਂ ਨਿਕਲਿਆ ਏ ਤੇ ਗੁਰੂ ਗੋਬਿੰਦ ਸਿੰਘ ਹੈ।
ਮਹਾਰਾਜ ਦਾ ਨਾਮਣਾ ਲੈਂਦਿਆਂ ਹੀ ਮਨ ਦੀ ਮੈਲ ਉਤਰਨ ਲੱਗ ਪਈ। ਪਾਤਸ਼ਾਹ ਕਹਿੰਦੇ ਤੂੰ ਕੌਣ ਹੈ? ਕਹਿੰਦਾ ਤੁਸੀਂ ਜਾਣੀ ਜਾਣੋ, ਮੈਂ ਇੱਕ ਜੋਗੀ ਹਾਂ, ਪਹਿਲਾਂ ਵੈਰਾਗੀ ਸਾਂ, ਔਗੜਨਾਥ ਦਾ ਚੇਲਾ ਹਾਂ, ਪਰ ਅੱਜ ਜੋ ਹਾਲਤ ਤੁਹਾਡੇ ਚਰਨਾਂ ਵਿੱਚ ਹੋਈ ਹੈ, ਅੱਜ ਤੋਂ ਤੁਹਾਡਾ ਹਾਰ ਕੇ ਬੰਦਾ ਬਣ ਗਿਆ ਹਾਂ। ਬੰਦਾ ਲਫ਼ਜ਼ ਹੈ ਪਰਸ਼ੀਅਨ ਦਾ, ਗੁਲਾਮ ਨੂੰ ਕਹਿੰਦੇ ਨੇ। ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਤੂੰ ਸੱਚਾ ਸਾਹਿਬ, ਮੈਂ ਤੇਰਾ ਬੰਦਾ ਬਣ ਗਿਆ। ਗੁਰੂ ਸਾਹਿਬ ਕਹਿੰਦੇ ਮੁਗਲਿਆ ਸਲਤਨਤ ਭਾਰਤ ਵਰਸ਼ ਦੇ ਲੋਕਾਂ ਤੇ ਜ਼ੁਲਮ ਕਰ ਰਹੀ ਹੈ। ਗੁਲਾਮ ਰਾਜੇ 22 ਧਾਰੀਏ ਵੀ ਉਹਨਾਂ ਦੇ ਹੁਕਮ ਵਿੱਚ ਚੱਲਣ ਲੱਗ ਪਏ ਨੇ। ਆਪਣੇ ਦੇਸ਼ ਦਾ ਸੰਸਕ੍ਰਿਤੀ ਦਾ ਲੋਕਾਈ ਦਾ ਘਾਣ ਕਰ ਰਹੇ ਨੇ ਬੁਜ਼ਦਿਲ ਲੋਕ। ਲਤਾੜਿਆਂ ਕੁਚਲਿਆਂ ਨਿਮਾਣਿਆਂ ਨੂੰ ਇਕੱਠਿਆਂ ਕਰਕੇ ਖੰਡੇ ਦੀ ਪੌਲ ਬਖਸ਼ ਕੇ ਖਾਲਸਾ ਸਾਜਿਆ ਹੈ। ਮੈਂ ਆ ਸ਼ਾਮਲ ਕਰਾਂ ਤੈਨੂੰ ਖਾਲਸਾ ਪੰਥ ਦੇ ਵਿੱਚ, ਆ ਤੈਨੂੰ ਮਾਧੋ ਦਾਸ ਤੋਂ ਸਿੰਘ ਸਜਾ ਦਵਾਂ, ਅਕਾਲੀ ਪੰਥ ਵਿੱਚ ਸ਼ਾਮਲ ਕਰਾਂ। ਮਾਧੋ ਦਾਸ ਦਾ ਬਚਨ ਸੀ ਤੁਹਾਡਾ ਬੰਦਾ ਹਾਂ, ਹੁਕਮ ਸਿਰ ਮੱਥੇ ਹੈ। ਬਾਪੂ ਨੇ ਇਤਿਹਾਸ ਤੋਂ ਜਾਣੂ ਕਰਾਇਆ ਕਿਵੇਂ ਗੁਰੂ ਨਾਨਕ ਸਾਹਿਬ ਨੇ ਜ਼ੁਲਮ ਢਾਉਣ ਵਾਲੇ ਬਾਬਰ ਨੂੰ ਜਾਬਰ ਕਿਹਾ, ਕਿਵੇਂ ਗੁਰੂ ਅਰਜਨ ਸਾਹਿਬ ਨੇ ਜ਼ੁਲਮ ਕਰਨ ਤੋਂ ਜਹਾਂਗੀਰ ਨੂੰ ਰੋਕਿਆ ਟੋਕਿਆ, ਪਰ ਜਹਾਂਗੀਰ ਨੇ ਮੁਰਤਜ਼ਾ ਖਾਨ ਅਤੇ ਚੰਦੂ ਦੇ ਰਾਹੀਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਨੂੰ ਮੁਗਲਿਆ ਸਲਤਨਤ ਦੇ ਖਿਲਾਫ ਮੀਰੀ ਪੀਰੀ ਦੀਆਂ ਤਲਵਾਰਾਂ ਚੱਕਣੀਆਂ ਪਈਆਂ। ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਨੇ ਸ਼ਹੀਦ ਕਰ ਦਿੱਤਾ। ਮਹਾਰਾਜ ਕਹਿੰਦੇ ਸਾਡੇ 4 ਫਰਜ਼ੰਦ, ਸਾਡੀ ਮਾਤਾ ਗੁਜਰੀ, ਸਾਡੇ ਜਾਨ ਨਾਲੋਂ ਪਿਆਰੇ ਸਿੰਘ ਸ਼ਹੀਦ ਕਰ ਦਿੱਤੇ ਗਏ। ਇਉਂ ਗੁਰ ਇਤਿਹਾਸ ਨਾਲ ਜਾਣੂ ਕਰਵਾ ਕੇ ਖੰਡੇ ਬਾਟੇ ਦੀ ਪੌਲ ਬਖਸ਼ ਕੇ ਗੁਰਬਖਸ਼ ਸਿੰਘ ਸਾਜਿਆ, ਬੰਦਾ ਸਿੰਘ ਬਹਾਦਰ ਸਾਜਿਆ। ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੈ ਕੋਏ। ਭਾਈ ਜੈਤੇ ਨੂੰ ਪੁੱਛੋ ਜੀ ਕਿਹੜੀਆਂ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕਰਕੇ ਗੁਰੂ ਛਕਾਉਂਦੇ ਸਨ। ਬਾਬਾ ਜੀਵਨ ਸਿੰਘ ਰੰਗਰੇਟਾ ਗੁਰੂ ਕਾ ਬੇਟਾ ਕਹਿੰਦਾ ਹੈ ਜਪ ਜਾਪ ਸਵਈਏ ਚੌਪੀ ਆਨੰਦ ਸੋ ਪਾਠ ਸੋ ਪਾਹੁਲ ਤਿਆਰ ਕਰੀਜੈ। ਅੰਮ੍ਰਿਤ ਛਕਾਇਆ ਗਿਆ, ਬੰਦਾ ਸਿੰਘ ਬਹਾਦਰ ਬਣ ਗਿਆ। ਬਾਪੂ ਕਹਿੰਦੇ ਉੱਠ ਅਹਿੰਸਾ ਛੱਡ ਕੇ ਹੁਣ ਹਿੰਸਾ ਦਾ ਪੁਜਾਰੀ ਬਣਨਾ ਪੈਣਾ ਹੈ। ਮੁਗਲਿਆ ਸਲਤਨਤ ਨਾਲ ਮੱਥਾ ਲਾਉਣਾ ਪੈਂਦਾ। ਜਾ ਚਲਿਆ ਜਾ ਪੰਜਾਬ ਨੂੰ। ਕਹਿੰਦਾ ਜੇ ਇੰਨੇ ਜੋਗਾ ਹੁੰਦਾ, ਔਰੰਗਜ਼ੇਬ ਨਾਲ ਮੱਥਾ ਲਾਉਣ ਵਾਲਾ ਹੁੰਦਾ, ਨੰਦੇੜ ਦੇ ਜੰਗਲਾਂ ਵਿੱਚ ਲੁਕ ਕੇ ਦਿਨ ਨਾ ਕੱਟਦਾ। ਬਾਪੂ ਥਾਪੜਾ ਦੇ। ਮੁਗਲਿਆ ਸਲਤਨਤ ਦਾ ਤਖਤ ਤੇ ਕੀ, ਇੰਦਰ ਦੇਵ ਦਾ ਤਖਤ ਵੀ ਤੇਰੇ ਚਰਨਾਂ ਵਿੱਚ ਰੱਖ ਦਵਾਂ। ਇਹਨੂੰ ਬਾਣੀ ਕਹਿੰਦੀ ਹੈ ਸਤਿਗੁਰ ਮੇਰਾ ਤਾਣ ਨਿਤਾਣ। ਇੱਕ ਡੇਰੇ ਵਿੱਚ ਲੁਕ ਕੇ ਦਿਨ ਕੱਟਣ ਵਾਲਾ ਵੈਰਾਗੀ ਜਦੋਂ ਖੰਡੇ ਦੀ ਪੌਲ ਛਕਦਾ ਹੈ, ਸਿੰਘ ਸੱਜਦਾ ਹੈ। ਬਾ ਗੁਰੂ ਇਸ ਦਾ ਪਾਵਰ ਆਫ ਪਾਵਰਲੈਸ। ਅਜ਼ਮਤਾਂ ਬਖਸ਼ ਕੇ ਨਿਮਾਣੇ ਬੰਦੇ ਨੂੰ ਗੁਰੂ ਸਾਹਿਬ ਨੇ ਗਾਂਡੀਵ ਸੂਰਾ ਬਣਾਇਆ। 5 ਤੀਰ ਭੱਥੇ ਚੋਂ ਬਖਸ਼ੇ। ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾੜ ਸਿੰਘ, ਬਾਬਾ ਦਇਆ ਸਿੰਘ, ਬਾਬਾ ਰਣ ਸਿੰਘ ਨਾਲ ਸੂਰੇ ਬਖਸ਼ੇ ਔਰ ਕਹਿ ਦਿੱਤਾ ਇਹਨਾਂ 5 ਨੂੰ ਸਾਡਾ ਰੂਪ ਸਮਝ ਕੇ ਇਹਨਾਂ ਤੋਂ ਉਪਦੇਸ਼ ਲੈ ਕੇ ਚੱਲਣਾ ਹੈ। ਖਾਲਸਾ ਪੰਥ ਦਾ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਥਾਪਿਆ। ਹੁਕਮਨਾਮੇ ਲਿਖ ਕੇ ਦਿੱਤੇ, ਚਲਿਆ ਜਾ ਪੰਜਾਬ ਨੂੰ, ਸੰਗਤਾਂ ਤਾਈਂ ਸਾਡੇ ਹੁਕਮਨਾਮੇ ਪਹੁੰਚਾ ਦਈ। ਸਿੰਘ ਭਾਰਤ ਵਰਸ਼ ਚੋਂ ਇਕੱਤਰ ਹੋ ਕੇ ਤੇਰੀ ਮਦਦ ਕਰਨਗੇ। ਮੁਗਲਿਆ ਸਲਤਨਤ ਦਾ ਸਫਾਇਆ ਕਰਨਾ ਹੈ। ਦੱਖਣ ਤੋਂ ਪੰਜਾਬ ਨੂੰ ਚਾਲੇ ਪਾਏ। ਬਾਬਾ ਬੰਦਾ ਸਿੰਘ ਬਹਾਦਰ ਨੇ 1709 ਦੇ ਵਿੱਚ ਸਮਾਣਾ ਜਿੱਤਿਆ, 1710 ਦੇ ਵਿੱਚ ਸਡੌਰਾ ਜਿੱਤਿਆ, 1710 ਦੇ ਵਿੱਚ ਚੱਪੜ ਚਿੜੀ ਦੇ ਮੈਦਾਨ ਅੰਦਰ ਵਜ਼ੀਰ ਖਾਨ ਨਾਜ਼ਮ ਸੂਬਾ ਸਰਹੰਦ ਨਾਲ ਖਾਲਸੇ ਦਾ ਮੁੱਠ ਭੇੜ ਹੋਇਆ। ਦਮਦਮੇ ਦੀ ਧਰਤੀ ਤੋਂ ਬੁੱਢਾ ਜਰਨੈਲ ਬਾਬਾ ਦੀਪ ਸਿੰਘ ਵੀ ਆ ਗਿਆ। ਇਉਂ ਅੱਜ ਦੇ ਦਿਨ ਫਿਰ ਚੱਪੜ ਚਿੜੀ ਦਾ ਮੈਦਾਨ ਜਿੱਤ ਲਿਆ, ਸਰਹੰਦ ਨੂੰ ਮਾਰਿਆ। ਵਜ਼ੀਰ ਖਾਂ ਦਾ ਖੁਰਾ ਖੋਜ ਖਾਲਸੇ ਨੇ ਮਿਟਾਇਆ। 36 ਲੱਖ ਆਮਦਨੀ ਸੀ ਸਰਹੰਦ ਦੀ, ਸੂਬੇ ਦੀ। ਬਾਬਾ ਬਾੜ ਸਿੰਘ ਨੂੰ ਗਵਰਨਰ ਆਫ ਸਰਹੰਦ ਥਾਪਿਆ ਗਿਆ। ਇਉਂ ਹਲੇਮੀ ਰਾਜ ਸਥਾਪਿਤ ਕੀਤਾ। ਪਾਪੀ ਮੂਆ ਗੁਰਪ੍ਰਤਾਪ, ਪਾਪੀ ਵਜ਼ੀਰ ਖਾਂ ਦਾ ਖੁਰਾ ਖੋਜ ਮਿਟ ਗਿਆ। ਫਿਰ ਸਹਾਰਨਪੁਰ ਜਿੱਤਿਆ, ਫਿਰ ਕਰਨਾਲ ਜਿੱਤਿਆ।
ਲਾਡਵਾ ਵੀ ਜਿੱਤ ਲਿਆ, ਅਮੀਨਗੜ੍ਹ ਵੀ ਜਿੱਤ ਲਿਆ, ਲੋਹਗੜ੍ਹ ਵੀ ਜਿੱਤ ਲਿਆ, ਬਹਿਰਾਨਪੁਰ ਵੀ ਜਿੱਤ ਲਿਆ। ਮੱਲਾ ਮਾਰਦਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਅਖੀਰ ਗੁਰਦਾਸ ਨੰਗਲ ਦੀ ਗੜ੍ਹੀ ਜੰਗ ਲੜਦਾ ਹੋਇਆ ਗ੍ਰਿਫਤ ਵਿੱਚ ਆਇਆ। 1715 ਦੀ ਬਾਤ ਹੈ। ਫਰਕਸੀਅਰ ਦੇ ਹੁਕਮ ਵਿੱਚ ਦਿੱਲੀ ਲਿਜਾ ਕੇ ਸ਼ਹੀਦ ਕੀਤਾ ਗਿਆ। 3 ਸਾਲ ਦੇ ਅਜੈ ਸਿੰਘ ਫਰਜ਼ੰਦ ਬਾਬਾ ਬੰਦਾ ਸਿੰਘ ਬਹਾਦਰ, ਉਸ ਨੂੰ ਵੀ ਅੱਖਾਂ ਸਾਹਮਣੇ ਕੋਹ ਕੇ ਮਾਰਿਆ ਗਿਆ। ਉਹਦਾ ਕਾਲਜਾ ਕੱਢ ਕੇ, ਦਿਲ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਗਲੂਏ 'ਚ ਤੁੰਨਿਆ ਗਿਆ। ਇਹ ਸੀ ਆਖੇ ਸੀ ਨਹੀਂ ਨਿਕਲੀ। ਬਾਪੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਗਲੂਏ 'ਚੋਂ ਇਸ ਦੁੱਖਾਂ ਲੱਦੀ ਘੜੀ ਸਮੇਂ ਵੀ ਸੁਖਮਣੀ ਨਿਕਲਦੀ ਸੀ। ਐਸੀਆਂ ਅਜ਼ਮਤਾਂ ਦਾ ਉਹ ਮਾਲਕ। ਜੇ ਉਹ ਗੱਦਾਰ ਹੁੰਦਾ ਨਾ ਸਿੱਖੋ, ਤੇ ਉਹ ਸਿੱਕਾ ਆਪਣੇ ਨਾਮ ਦਾ ਚਲਾਉਂਦਾ, ਗੁਰੂ ਨਾਨਕ ਸਾਹਿਬ ਦੇ ਨਾਮ ਦਾ ਨਾ ਚਲਾਉਂਦਾ। ਉਹ ਮੋਹਰ ਗੁਰੂ ਗੋਬਿੰਦ ਸਿੰਘ ਦੇ ਨਾਮ ਦੀ ਨਾ ਚਲਾਉਂਦਾ, ਜੇ ਉਹ ਆਪ ਗੁਰੂ ਬਣ ਬੈਠਾ ਹੋਇਆ। ਸੋ ਇਤਿਹਾਸ ਨੂੰ ਤੋੜ ਮਰੋੜਨ ਵਾਲਿਆਂ ਤੋਂ ਅਸੀਂ ਸੁਚੇਤ ਰਹਿਣਾ ਹੈ। ਮੈਂ ਇੱਕ ਬੇਨਤੀ ਕਰ ਦਵਾਂ, ਕਈ ਕਹਿ ਦਿੰਦੇ ਨੇ ਜੀ ਉਹ ਤੇ ਬੰਦਾ ਬੈਰਾਗੀ ਸੀ, ਅਖੇ ਉਹ ਤੇ ਸਨਾਤਨ ਮਤ ਨਾਲ ਸੰਬੰਧ ਰੱਖਦਾ ਸੀ, ਉਹਨੇ ਜੋਸ਼ ਵਿੱਚ ਆ ਕੇ ਮੁਗਲਿਆ ਸਲਤਨਤ ਦਾ ਤਖਤ ਪਲਟਿਆ। ਨਹੀਂ, ਜਿੰਨਾ ਚਿਰ ਬੈਰਾਗੀ ਸੀ ਡੇਰੇ ਵਿੱਚ ਲੋਕੇ ਨੰਦੇੜ ਦਿਨ ਕੱਟੇ ਨੇ ਉਹਨੇ। ਜਿਸ ਦਿਨ ਮੇਰੇ ਬਾਪੂ ਖੁਦਾ ਗੁਰੂ ਗੋਬਿੰਦ ਸਿੰਘ ਨੇ ਥਾਪੜਾ ਦੇ ਕੇ ਖੰਡੇ ਦੀ ਪੌਲ ਬਖਸ਼ ਦਿੱਤੀ, ਜਿਸ ਦਿਨ ਗੁਰੂ ਦੇ ਨਕਸ਼ੇ ਕਦਮਾਂ ਤੇ ਚੱਲ ਪਿਆ, ਇੱਕ ਸ਼ਿਕਾਰੀ, ਇੱਕ ਵੈਸ਼ਨਵ, ਇੱਕ ਜੋਗੀ ਖਾਲਸਾ ਸੱਜ ਗਿਆ। ਮੁਗਲਿਆ ਸਲਤਨਤ ਦਾ ਤਖਤ ਉਹਨੇ ਮਿੱਟੀ ਵਿੱਚ ਮਿਲਾ ਦਿੱਤਾ। ਇਹਨੂੰ ਭਾਈ ਨੰਦ ਲਾਲ ਕਹਿੰਦੇ ਨੇ, ਤੇਗ ਰਾ ਫਤਾਹਾ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਰਾ ਰਾਹਾ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਤੇਗ ਲਹਿਰਾਉਣ ਵਾਲੇ ਨੇ, ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਨੇ, ਪਿਆਰਿਆਂ ਦੀ ਜਾਨ ਨੂੰ ਸੁਖ ਦੇਣ ਵਾਲੇ ਨੇ, ਤਖਤਾਂ ਦਾ ਮਾਲਕ ਬਣਾ ਦਿੰਦੇ ਨੇ। ਗੁਰ ਕੈ ਤਕੀਐ ਸਾਚੈ ਤਾਣ, ਗੁਰੂ ਤਾਣ ਬਖਸ਼ ਕੇ ਤਖਤਾਂ ਦਾ ਵਾਰਸ ਥਾਪ ਦਿੰਦੇ ਨੇ। ਇਉਂ 18ਵੀਂ ਸਦੀ ਦਾ ਇਤਿਹਾਸ ਪੜ੍ਹਿਓ। ਬੈਰਾਗੀ ਬੰਦਾ ਜਦੋਂ ਸਿੰਘ ਬਣ ਗਿਆ, ਖਾਲਸਾ ਸੱਜ ਗਿਆ, ਉਹਦੀ ਸਰਪ੍ਰਸਤੀ ਵਿੱਚ ਖਾਲਸਾ ਪੰਥ ਨੇ ਮੁਗਲਿਆ ਸਲਤਨਤ ਦਾ ਤਖਤ ਮਿੱਟੀ ਵਿੱਚ ਮਿਲਾ ਕੇ ਲੋਹਗੜ੍ਹ ਖਾਲਸੇ ਦੀ ਰਾਜਧਾਨੀ ਥਾਪੀ। ਸਭ ਸੁਖਾਲੀ ਵੁੱਠੀਆਂ ਇਹੋ ਹੋਆ ਹਲੇਮੀ ਰਾਜ ਜੀਓ। ਸਾਰਿਆਂ ਨੂੰ ਜਿੱਥੇ ਸੁਖ ਮਿਲੇ ਐਸਾ ਖਾਲਸਾ ਰਾਜ ਕਾਇਮ ਕੀਤਾ। ਖਾਲਸੇ ਦੀ ਅਜ਼ਮਤ ਦੁਨੀਆ ਵਿੱਚ ਪ੍ਰਗਟ ਹੋਈ। ਫਿਰ 12 ਮਿਸਲਾਂ ਦਾ ਦੌਰ ਆਇਆ। ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਏ ਹੁਣਾ ਦਿੱਲੀ ਜਿੱਤੀ। ਫਿਰ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਜੋ ਅਫਗਾਨਿਸਤਾਨ ਤੱਕ, ਚੀਨ ਤੱਕ ਵੱਧ ਗਿਆ, 50 ਸਾਲ ਕਾਇਮ ਰਿਹਾ। ਇਉਂ ਖਾਲਸਾ ਰਾਜ ਭਾਗ ਦਾ ਮਾਲਕ ਹੈ। ਆਓ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਭਾਗੈ ਤਿਸ ਜੋਨੀ ਫਿਰਨਾ। ਜਿਹੜੇ ਦੀਨ ਲਈ ਸਿਰ ਦਿੰਦੇ ਨੇ ਅਮਰ ਹੋ ਜਾਂਦੇ ਨੇ। ਧਨ ਜੀਓ ਤਿਹ ਕੋ ਜਗ ਮੈਂ ਮੁਕਤੇ ਹਰ, ਚਿਤ ਮੈਂ ਜੁਧ ਵਿਚਾਰੈ ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਬਾਪੂ ਕਲਗੀਧਰ ਕਹਿੰਦੇ ਵਡਿਆਈ ਦੇ ਬੇੜੇ ਤੇ ਚੜ੍ਹਨਾ ਹੀ ਕੌਣ ਨਹੀਂ ਚਾਹੁੰਦਾ ਵਡਿਆਈ। ਕਹਿੰਦੇ ਫਿਰ ਘਰ ਮੰਜੇ ਤੇ ਪਿਆ ਨਾ ਮਰ ਜਾਈ, ਦੀਨ ਦੀ ਖਾਤਰ ਸਿਰ ਦਈ, ਧਰਮ ਦੀ ਝੋਲੀ ਕੁਝ ਪਾਈ, ਵਡਿਆਈ ਦੇ ਬੇੜੇ ਚੜ ਜਾਵੇਂਗਾ। ਰਹਿੰਦੀ ਦੁਨੀਆ ਤੱਕ ਤੇਰੀ ਜੈ ਜੈਕਾਰ ਜੈਕਾਰ ਕੀਓ, ਧਰਮੀਓ ਕਾ ਪਾਪੀ ਕੋ ਡੰਡ ਦਿਓ ਰੇ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ ਦਾਸ। ਇੱਥੇ ਹੀ ਵਿਚਾਰ ਨੂੰ ਸੰਕੋਚਦਾ ਹੈ। ਗੁਰੂ ਘਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਹਰਮੰਦਰ ਸਾਹਿਬ ਦੇ ਮੁੱਖ ਵਜ਼ੀਰ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਦਾ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ। ਗੁਰੂ ਕੇ ਸਮੂਹ ਸੇਵਾਦਾਰਾਂ ਦਾ ਧੰਨਵਾਦ। ਆਪ ਸੰਗਤਾਂ ਦਾ ਧੰਨਵਾਦ। ਖੁਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਧੰਨਵਾਦ। ਆਓ 2 ਪੰਕਤੀਆਂ ਪੜ੍ਹ ਕੇ ਫਤਿਹ ਗਜਾਈਏ ਜੀ। ਭਣਤ ਨਾਨਕ ਸਤਿਗੁਰ ਕਉ ਮਿਲ ਦੋ ਮਰੈ, ਗੁਰ ਕੈ ਸ਼ਬਦ ਫਿਰ ਜੀਵੈ ਕੋਇ। ਮਮਤਾ ਕੀ ਮਲ ਉਤਰੈ, ਇਹੋ ਮਨ ਹੱਛਾ ਹੋਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।